ਭੰ। ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਿਰ ਸਾਹਾਂ ਪਾਤਸ਼ਾਹੋ। ਨਿਹਚਲ ਚੌਰ ਛੱਤ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ। ਸਭ ਕਿਛ ਤੇਰੇ ਵਸ ਤੇਰਾ ਘਰ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਘਰ। ਮਾਣ ਮਹੱਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ। ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ।
ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਦੂਜਾ। ਆਪੇ ਰਸਿਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੈ ਚੋਲੜਾ, ਆਪੇ ਸੀਜ ਪਤਾਰ, ਆਪੇ ਰਸਿਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੈ ਚੋਲੜਾ, ਆਪੇ ਸੀਜ ਪਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨਾ ਬੰਧੂ ਭਗਤ ਵਸ਼ਲ ਕਰੁਣਾ ਨਿਦਾਨ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਦੇ ਪਾਠ ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਸ਼ਬਦ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਕੇ ਆਪਣੇ ਸਵਾਸਾਂ ਨੂੰ ਸਫਲ ਬਣਾਈਏ ਜੀ। ਅੱਜ ਹਾੜ ਦੀ 18 ਤਰੀਕ ਹੈ। ਸਿੱਖ ਪ੍ਰਭੂ ਸੱਤਾ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਅੱਜ ਸਿਰਜਣਾ ਦਿਵਸ ਹੈ। ਗੁਰਬਾਣੀ ਦਾ ਬਚਨ ਹੈ ਕਿ ਸੱਚੇ ਤਖਤ ਬੈਠਾ ਨਿਆਉ ਕਰੇ, ਮੇਰਾ ਵਾਹਿਗੁਰੂ ਅਕਾਲ ਪੁਰਖ ਪ੍ਰਮਾਤਮਾ, ਉਹਦਾ ਤਖਤ ਸੱਚਾ ਹੈ ਤੇ ਉਹਦਾ ਨਿਆਂ ਵੀ ਸੱਚਾ ਹੈ। ਉਥੇ ਰਾਣਾ ਰੰਕ ਬਰਾਬਰ ਹੈ, ਗਰੀਬ ਅਮੀਰ ਦਾ, ਨੀਚ ਊਚ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਾਰਿਆਂ ਦੇ ਵਾਸਤੇ ਉਥੋਂ ਸੱਚਾ ਨਿਆਂ ਹੁੰਦਾ ਹੈ। ਤੇ ਇਸ ਧਰਤੀ ਦੇ ਉੱਪਰ ਧਰਮ ਦੀ ਗੱਲ ਧਰਮ ਅਸਥਾਨਾਂ ਦੇ ਉੱਪਰ ਕੀਤੀ ਜਾਂਦੀ ਸੀ ਤੇ ਸਰਕਾਰ ਚਲਾਉਣ ਦੀ ਗੱਲ ਜਾਂ ਫਿਰ ਇਨਸਾਫ ਕਰਨ ਦੀ ਗੱਲ ਦੁਨਿਆਵੀ ਤਖਤਾਂ ਦੇ ਉੱਪਰ ਕੀਤੀ ਜਾਂਦੀ ਸੀ। ਜਿਨ੍ਹਾਂ ਤਖਤਾਂ ਦੇ ਉੱਪਰੋਂ ਇਨਸਾਫ ਕੀਤੇ ਜਾਂਦੇ ਸਨ ਜਾਂ ਜਿਨ੍ਹਾਂ ਕੋਲ ਨਿਆਂ ਕਰਨ ਦਾ ਅਧਿਕਾਰ ਸੀ, ਉਹਨਾਂ ਤਖਤਾਂ ਦੇ ਉੱਪਰ ਤਲਵਾਰ ਦਾ ਕਬਜ਼ਾ ਹੋ ਚੁੱਕਾ ਸੀ।
ਇਸ ਕਰਕੇ ਤਖਤ ਦੇ ਉੱਪਰੋਂ ਸੱਚਾ ਨਿਆਂ ਘਟ ਤੇ ਤਖਤ ਨਸ਼ੀਨ ਹੋਏ ਬਾਦਸ਼ਾਹ ਦੀ ਗੱਲ ਵੱਧ ਜ਼ੋਰ ਦੇ ਕੇ ਮਨਵਾਈ ਜਾਂਦੀ ਸੀ। ਇਸ ਗੱਲ ਦਾ ਖਿਆਲ ਬਿਲਕੁਲ ਵੀ ਨਹੀਂ ਸੀ ਰੱਖਿਆ ਜਾਂਦਾ ਕਿ ਰਾਜੇ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਫੈਸਲਾ ਨਿਆਂਪੂਰਵਕ ਹੈ ਜਾਂ ਉਸ ਫੈਸਲੇ ਦੇ ਵਿੱਚ ਬੇਨਿਆਈ ਹੈ। ਬਸ ਜੋ ਹੁਕਮ ਦੁਨਿਆਵੀ ਤਖਤ ਤੋਂ ਲਾਗੂ ਹੋ ਗਿਆ ਉਸ ਨੂੰ ਪਰਜਾ ਦੇ ਹਰ ਬਸ਼ਿੰਦੇ ਵਾਸਤੇ ਮੰਨਣਾ ਜ਼ਰੂਰੀ ਹੁੰਦਾ ਹੈ। ਤੇ ਜਦੋਂ ਤਖਤਾਂ ਦੇ ਉੱਪਰ ਤਖਤ ਨਸ਼ੀਨਾਂ ਦਾ ਹੁਕਮ ਚੱਲਣ ਲੱਗ ਪਿਆ ਤੇ ਉਹਨਾਂ ਦਾ ਹੁਕਮ ਜੋਰੀ ਜਬਰੀ ਧੱਕੇਸ਼ਾਹੀ ਨਾਲ ਮਨਵਾਇਆ ਜਾਂਦਾ ਸੀ, ਉਦੋਂ ਫਿਰ ਤਖਤਾਂ ਦੇ ਉੱਪਰ ਕਾਬਜ ਹੋਣ ਵਾਲੇ ਬਾਦਸ਼ਾਹ ਬੜੇ ਹੀ ਅਯਾਸ਼, ਬੜੇ ਜ਼ਿਆਦਾ ਜ਼ੁਲਮੀ ਤੇ ਅਤਿਆਚਾਰੀ ਬੈਠ ਗਏ, ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਅਸੀਂ ਜੋ ਵੀ ਆਪਣੀ ਅੱਧੀ ਜ਼ਬਾਨ ਦੇ ਨਾਲ ਆਖਾਂਗੇ ਸਾਡੀ ਗੱਲ ਪਰਜਾ ਦੇ ਵਿੱਚ ਮੰਨੀ ਹੀ ਜਾਵੇਗੀ। ਤੇ ਧੱਕੇਸ਼ਾਹੀਆਂ ਦੇ ਨਾਲ ਜਦੋਂ ਪਰਜਾ ਨੂੰ ਦਬਾਉਂਦੇ ਸੀ ਤੇ ਹਿੰਦੁਸਤਾਨ ਦੇ ਵਿੱਚ ਫਿਰ ਇੱਕ ਕਹਾਵਤ ਪ੍ਰਚਲਿਤ ਹੋ ਗਈ ਸੀ ਕਿ ਤਪੋਂ ਤਖਤ ਤੇ ਤਖਤੋਂ ਨਰਕ। ਪਾਪ ਕਰਨ ਦੇ ਨਾਲ ਤਖਤ ਮਿਲਦੇ ਨੇ, ਪਰ ਤਖਤ ਦੇ ਉੱਪਰ ਬੈਠ ਕੇ ਬਾਦਸ਼ਾਹ ਇੰਨਾ ਭ੍ਰਸ਼ਟ ਹੋ ਜਾਂਦਾ ਹੈ, ਤਖਤ ਤੇ ਬੈਠ ਕੇ ਇੰਨਾ ਜ਼ੁਲਮੀ ਹੋ ਜਾਂਦਾ ਹੈ ਕਿ ਉਸ ਬਾਦਸ਼ਾਹ ਨੂੰ ਫਿਰ ਨਰਕਾਂ ਵੱਲ ਧੱਕ ਦਿੱਤਾ ਜਾਂਦਾ ਹੈ। ਗੁਰਬਾਣੀ ਦਾ ਬਚਨ ਹੈ ਕਿ ਰਾਜੇ ਮਹਾਰਾਜਿਆਂ ਨੇ ਪਿਛਲੇ ਜਨਮਾਂ ਦੇ ਵਿੱਚ ਬੜੇ ਚੰਗੇ ਕਰਮ ਕੀਤੇ ਸਨ, ਜਿਨ੍ਹਾਂ ਕਰਮਾਂ ਦੀ ਬਦੌਲਤ ਇਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਇਆ ਹੈ। ਪਰ ਜੇ ਰਾਜ ਭਾਗ ਪ੍ਰਾਪਤ ਕਰਕੇ ਵੀ ਰੱਬ ਦਾ ਧੰਨਵਾਦ ਕਰਦੇ ਫਿਰ ਤੇ ਇਹਨਾਂ ਦਾ ਰਾਜ ਭਾਗ ਸਲਾਮਤ ਰਹਿੰਦਾ, ਪਰ ਇਹਨਾਂ ਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਰਕੇ ਹੁਣ ਬਹੁਤ ਲੰਬਾ ਸਮਾਂ ਇਹਨਾਂ ਜ਼ੁਲਮੀ ਰਾਜਿਆਂ ਨੂੰ ਦੁੱਖ ਭੋਗਣੇ ਪੈਣਗੇ। ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਆਂ ਮਾਰਤ ਲੋਕਹਿ ਨਾਨਕ ਚਿਰੰਕਾਲ ਦੁਖ ਭੋਗਤੇ। ਪਰਾ ਪੂਰਬੇਣ ਪੂਰਬਲੇ ਜਨਮਾਂ ਦਾ ਦਾਨ ਪੁੰਨ ਤੇ ਉਸ ਦਾਨ ਪੁੰਨ ਦਾ ਫਲ ਇਹਨਾਂ ਨੂੰ ਰਾਜ ਪ੍ਰਾਪਤ ਹੋਇਆ ਹੈ। ਪਰ ਰਾਜ ਭਾਗ ਦੀ ਪ੍ਰਾਪਤੀ ਕਰਕੇ ਇਹ ਸੱਚਾ ਨਿਆਂ ਨਹੀਂ ਕਰਦੇ, ਸਗੋਂ ਆਪਣੀਆਂ ਮਨ ਮਰਜ਼ੀਆਂ ਕਰਦੇ ਨੇ, ਘੱਟ ਗਿਣਤੀਆਂ ਨਾਲ ਧੱਕੇਸ਼ਾਹੀਆਂ ਕਰਦੇ ਨੇ ਅਤੇ ਇਸੇ ਤਰ੍ਹਾਂ ਮਨ ਮਰਜ਼ੀਆਂ ਕਰਕੇ ਅਯਾਸ਼ੀਆਂ ਬਦਮਾਸ਼ੀਆਂ ਕਰਦੇ ਨੇ, ਜਿਸ ਕਰਕੇ ਇਹਨਾਂ ਨੂੰ ਲੰਬਾ ਸਮਾਂ ਨਰਕ ਭੋਗਣੇ ਪੈਂਦੇ ਹਨ। ਨਾਨਕ ਚਿਰੰਕਾਲ ਦੁੱਖ ਭੋਗਤੇ। ਹੁਣ ਇੱਕ ਪਾਸੇ ਦਿੱਲੀ ਦਾ ਤਖਤ ਸੀ ਜਿੱਥੋਂ ਸਾਰੇ ਹਿੰਦੁਸਤਾਨ ਦੇ ਵਿੱਚ ਫੈਸਲੇ ਜਾਰੀ ਕੀਤੇ ਜਾਂਦੇ ਸਨ ਤੇ ਜੋ ਹੁਕਮਰਾਨ ਫੈਸਲਾ ਕਰ ਦਿੰਦਾ ਸੀ ਪਰਜਾ ਦੇ ਹਰ ਬਸ਼ਿੰਦੇ ਨੂੰ ਉਹਨੂੰ ਮੰਨਣਾ ਹੀ ਪੈਂਦਾ ਸੀ। ਕਿਸੇ ਵਿੱਚ ਵੀ ਇੰਨੀ ਜੁਰਤ ਨਹੀਂ ਸੀ ਕਿ ਬਾਦਸ਼ਾਹ ਦੇ ਅੱਗੇ ਖੜ ਸਕੇ ਕਿ ਤੇਰਾ ਕੀਤਾ ਹੋਇਆ ਫੈਸਲਾ ਝੂਠਾ ਹੈ ਤੇ ਝੂਠਾ ਫੈਸਲਾ ਅਸੀਂ ਮੰਨਾਂਗੇ ਨਹੀਂ। ਤੇ ਉਸ ਸਮੇਂ ਵਿੱਚ ਮੁਗਲ ਹੁਕਮਰਾਨਾਂ ਦਾ ਰਾਜ ਸੀ ਤੇ ਮੁਗਲ ਹੁਕਮਰਾਨਾਂ ਦੇ ਰਾਜ ਸਮੇਂ ਤਾਂ ਹਿੰਦੁਸਤਾਨ ਦੇ ਵਿੱਚ ਬੜੀ ਜ਼ਿਆਦਾ ਕੱਟੜਤਾ ਵਰਤੀ ਜਾਂਦੀ ਸੀ। ਜੇ ਕੋਈ ਵੀ ਬੰਦਾ ਹਕੂਮਤ ਦਾ ਵਿਰੋਧ ਕਰਦਾ ਉਸ ਨੂੰ ਸ਼ਰੇਆਮ ਸੰਗਸਾਰ ਕਰ ਦਿੰਦੇ ਸਨ, ਸ਼ਰੇਆਮ ਉਸ ਨੂੰ ਟੋਟੇ ਟੋਟੇ ਕਰਕੇ ਵੱਢ ਦਿੱਤਾ ਜਾਂਦਾ ਸੀ, ਕਿਉਂਕਿ ਰਾਜੇ ਇੰਨੇ ਤੰਗ ਦਿਲ ਹੋ ਗਏ ਸੀ, ਸੱਚ ਸੁਣਨ ਵਾਸਤੇ ਕੋਈ ਤਿਆਰ ਨਹੀਂ ਸੀ। ਉਸ ਸਮੇਂ ਵਿੱਚ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ
ਇੱਕ ਪਾਸੇ ਹੁਕਮਰਾਨਾਂ ਦੀ ਸੱਤਾ ਦਾ ਕੇਂਦਰ ਸੀ ਦਿੱਲੀ ਦਾ ਲਾਲ ਕਿਲਾ, ਦਿੱਲੀ ਦਾ ਤਖਤ, ਤੇ ਦੂਸਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਸਿਰਜ ਦਿੱਤਾ। ਜਿਸ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਸਤਾਰ ਬੰਦੀ ਹੋਈ, ਸ਼ਸਤਰ ਬਸਤਰ ਪਹਿਨ ਕੇ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਨਮਸਕਾਰ ਕੀਤੀ, ਅਰਦਾਸਾ ਸੋਧਿਆ, ਪਰਿਕਰਮਾ ਕੀਤੀ ਤੇ ਬਾਹਰ ਆ ਗਏ। ਦਰਸ਼ਨੀ ਡਿਓੜੀ ਤੋਂ ਬਾਹਰ ਨਿਕਲ ਕੇ ਸਾਹਮਣੇ ਬੰਨੇ ਇੱਕ ਥੜੇ ਦੇ ਉੱਪਰ ਬੈਠ ਕੇ ਮਹਾਰਾਜ ਨੇ ਵੀਰ ਆਸਣ ਜਮਾ ਲਿਆ ਤੇ ਜਿੰਨੀਆਂ ਸੰਗਤਾਂ ਕਾਰ ਭੇਟਾਵਾਂ ਨਜ਼ਰਾਨੇ ਲੈ ਕੇ ਆਈਆਂ ਸੀ, ਉਹਨਾਂ ਦੀਆਂ ਨਜ਼ਰਾਨੇ, ਉਹਨਾਂ ਦੀਆਂ ਭੇਟਾਵਾਂ ਮਹਾਰਾਜ ਨੇ ਜਿਸ ਥੜੇ ਦੇ ਉੱਪਰ ਬੈਠ ਕੇ ਕਬੂਲ ਕੀਤੀਆਂ, ਉਸੇ ਦਾ ਨਾਮ ਅਕਾਲ ਤਖਤ ਸਾਹਿਬ ਰੱਖਿਆ ਗਿਆ। ਜਿਸ ਦਿਨ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਮਿਲਦੀ ਹੈ, ਉਦਣ ਵੀ ਮਹਾਰਾਜ ਨੇ ਪਹਿਲੇ ਦਿਨ ਹੀ ਉੱਥੇ ਆਸਣ ਜਮਾ ਲਿਆ ਸੀ, ਪਰ ਉਸ ਤੋਂ ਦੂਸਰੇ ਦਿਨ ਭਾਵ ਕਿ 18 ਹਾੜ 1663 ਬਿਕਰਮੀ ਵਾਲੇ ਦਿਨ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਮਹਾਰਾਜ ਨੇ ਅਕਾਲ ਤਖਤ ਦਾ ਨੀਂਹ ਪੱਥਰ ਰੱਖਿਆ। ਫਿਰ ਅਕਾਲ ਤਖਤ ਦੀ ਇੱਕ ਹੋਰ ਬਹੁਤ ਵੱਡੀ ਖੂਬੀ ਹੈ ਕਿ ਦੋ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਇਸ ਨੂੰ ਤਿਆਰ ਕੀਤਾ ਹੈ। किसी सिख ने हाथ लगायो, बुढ़े और गुरदास बनायो। ब्रह्म ज्ञानी बाबा बुढ़ा साहब ते भाई गुरदास जी दोवां ने अपने हत्थां नाल अकाल तख्त साहब दी चिणवाई कीती। फिर जिथे श्री गुरु अर्जन देव जी महाराज पातशाह ने दरबार साहब दी सारी तैयारी करवाई, पवित्र सरोवर बनाया, ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਦੀ ਸਾਫ਼ ਸਫਾਈ ਵਾਸਤੇ ਇੱਕ ਵੱਖਰਾ ਅਕਾਲ ਸਰ ਵੀ ਬਣਵਾਇਆ ਸੀ। ਰਾਮਦਾਸ ਸਰੋਵਰ ਅਲੱਗ ਤੇ ਅਕਾਲ ਸਰ ਵੱਖ ਸੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਸਿਰਜ ਕੇ ਦਿੱਲੀ ਦੇ ਤਖਤ ਨੂੰ ਚੈਲੰਜ ਕਰ ਦਿੱਤਾ ਤੇ ਉਸ ਤਖਤ ਨਾਲੋਂ ਉੱਚਾ ਆਪਣਾ ਤਖਤ ਬਣਾਇਆ, ਕਿਉਂਕਿ ਇਸ ਤਖਤ ਦੇ ਉੱਪਰ ਕਿਸੇ ਮਾਣ ਮੱਤੇ ਹੰਕਾਰੀ ਬਾਦਸ਼ਾਹ ਦਾ ਹੁਕਮ ਨਹੀਂ ਚੱਲਣਾ, ਇੱਥੇ ਸੱਚੇ ਅਕਾਲ ਪੁਰਖ ਦਾ ਹੁਕਮ ਚੱਲਣਾ ਹੈ। ਇਸ ਕਰਕੇ ਨਾਮ ਅਕਾਲ ਤਖਤ ਰੱਖਿਆ ਗਿਆ। ਅਥਵਾ ਬਾਕੀ ਦੇ ਜਿੰਨੇ ਵੀ ਤਖਤ ਨੇ ਸਾਰੇ ਕਾਲ ਦੇ ਨਾਲ, ਸਮੇਂ ਨਾਲ ਢਹਿ ਢੇਰੀ ਹੋ ਜਾਂਦੇ ਨੇ। ਅੱਜ ਤੱਕ ਦੁਨੀਆ ਦੇ ਵਿੱਚ ਵੱਡੇ ਵੱਡੇ ਕਿਲੇ ਜਿਨ੍ਹਾਂ ਦੇ ਰਾਜੇ ਬੜੇ ਮਾਣ ਮੱਤੇ ਤੇ ਹੰਕਾਰੀ ਹੁੰਦੇ ਸੀ, ਉਹ ਕਿਲੇ ਅੱਜ ਮਿੱਟੀ ਦੇ ਵਿੱਚ ਮਿਲ ਗਏ। ਨਾ ਤਾਂ ਉਹਨਾਂ ਦੇ ਸਮਰਾਟ ਲੱਭਦੇ ਨੇ ਤੇ ਨਾ ਹੀ ਉਹਨਾਂ ਸਮਰਾਟਾਂ ਦੇ ਅੱਜ ਕਿਲੇ ਲੱਭਦੇ ਨੇ, ਕਿਉਂਕਿ ਹਰ ਕੋਈ ਕਿਲਾ ਤੇ ਹਰ ਕੋਈ ਤਖਤ ਕਾਲ ਦੇ ਅਧੀਨ ਹੈ। ਸਮਾਂ ਪਾ ਕੇ ਹਰ ਤਖਤ ਨੇਸ ਤੋਂ ਨਾਬੂਦ ਹੋ ਜਾਵੇਗਾ। ਕੋਈ ਵੀ ਤਖਤ ਸਦੀਵੀ ਰਹਿਣ ਵਾਲਾ ਨਹੀਂ। ਤੇ ਖਾਸ ਕਰਕੇ ਦਿੱਲੀ ਦਾ ਤਖਤ, ਜਿੱਥੇ ਪਤਾ ਨਹੀਂ ਕਿੰਨੇ ਰਾਜੇ ਮਹਾਰਾਜੇ ਹੋ ਗੁਜ਼ਰੇ ਨੇ। ਵੈਸੇ ਤਾਂ ਹਰ ਸ਼ਹਿਰ ਦਾ ਹੀ ਇਤਿਹਾਸ ਬੜਾ ਲਾਸਾਨੀ ਹੁੰਦਾ ਹੈ, ਪਰ ਖਾਸ ਕਰਕੇ ਦਿੱਲੀ ਦੇ ਤਖਤ ਦਾ ਇਤਿਹਾਸ ਤਾਂ ਬਹੁਤ ਜ਼ਿਆਦਾ ਲਹੂ ਰੱਤਾ ਹੈ। ਤੇ ਫਿਰ ਉਸ ਇਤਿਹਾਸ ਦੇ ਵਿੱਚ ਕਈ ਰਾਜੇ ਮਹਾਰਾਜੇ, ਕਈ ਹੁਕਮਰਾਨ, ਕਈ ਸ਼ਾਸਕ ਉੱਥੇ ਹੀ ਮਾਰ ਖਾਪ ਗਏ। ਕਈਆਂ ਦੇ ਕਿਲੇ ਖਤਮ ਹੋ ਗਏ, ਕਈਆਂ ਦੀਆਂ ਸਲਤਨਤਾਂ ਖਤਮ ਹੋ ਗਈਆਂ। ਚੰਦ टूटी हुई दीवारें, चंद हरमों के खंडरात, यही बाकी निशान है दिल्ली के ताजदारों का। टुटियां हुईयां कंधां ते टुटे हुए महल, चंद टूटी हुई दीवारें, चंद हरमों के खंडरात। हरम कहिए महल,
यही बाकी निशान है दिल्ली के ताजदारों का। ਜਿਹੜੇ ਦਿੱਲੀ ਦੇ ਬਾਦਸ਼ਾਹ ਸੀ ਉਹਨਾਂ ਦਾ ਸਿਰਫ ਇਹੀ ਨਿਸ਼ਾਨ ਬਾਕੀ ਬਚਿਆ ਹੈ, ਪਰੰਤੂ ਜਿਹੜਾ ਅਕਾਲ ਦਾ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਿਆਰ ਕੀਤਾ, ਇਹ ਜੁਗੋ ਜੁਗ ਅਟਲ ਹੈ। ਇਹਦੇ ਉੱਪਰ ਕਾਲ ਦੀ ਕੋਈ ਪਾਬੰਦੀ ਨਹੀਂ ਹੈ, ਸਮੇਂ ਤੋਂ ਬਾਹਰ ਹੈ, ਤੇ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਇੱਥੇ ਚੱਲਦਾ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਤਖਤ ਤਿਆਰ ਕਰਕੇ ਜਦੋਂ ਦੇਸਾਂ ਪ੍ਰਦੇਸਾਂ ਦੇ ਵਿੱਚ ਹੁਕਮਨਾਮੇ ਭੇਜ ਦਿੱਤੇ ਕਿ ਧਰਮ ਯੁੱਧ ਆਰੰਭ ਕਰਨਾ ਹੈ, ਤੇ ਫਿਰ ਧਰਮ ਯੁੱਧ ਦਾ ਚਾਅ ਮਨ ਵਿੱਚ ਲੈ ਕੇ ਦੂਰੋਂ ਦੂਰੋਂ ਸੂਰਬੀਰ ਬਹਾਦਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ। ਸਭ ਤੋਂ ਪਹਿਲਾਂ ਮਹਾਰਾਜ ਨੇ 52 ਵੀਰ 52 ਸੂਰਮੇ ਆਪਣੇ ਕੋਲ ਰੱਖੇ। ਵਿਦਵਾਨਾਂ ਨੇ ਉਹਨਾਂ 52 ਸੂਰਮਿਆਂ ਨੂੰ ਗੁਰੂ ਸਾਹਿਬ ਦੇ ਹਾਜ਼ਰ ਬਾਸ਼ ਲਿਖਿਆ ਹੈ, ਮੁਸਾਹਿਬ, ਖਾਸ ਮੁਸਾਹਿਬ। ਤੇ ਖਾਸ ਮੁਸਾਹਿਬ ਦਾ ਅਰਥ ਹੈ ਬਾਡੀਗਾਰਡ। ਇੰਗਲਿਸ਼ ਦੇ ਵਿੱਚ ਇਸ ਨੂੰ ਬਾਡੀਗਾਰਡ ਕਹਿੰਦੇ ਨੇ, ਤੇ ਪੰਜਾਬੀ ਦੇ ਵਿੱਚ ਇਸ ਨੂੰ ਅੰਗ ਰੱਖਿਅਕ ਆਖਿਆ ਜਾਂਦਾ ਹੈ। ਅਰਬੀ ਤੇ ਫਾਰਸੀ ਵਿੱਚ ਇਸ ਨੂੰ ਹਾਜ਼ਰ ਬਾਸ਼ ਕਹਿੰਦੇ ਨੇ। ਗੁਰੂ ਸਾਹਿਬ ਨੇ 52 ਹਾਜ਼ਰ ਬਾਸ਼ ਆਪਣੇ ਕੋਲ ਰੱਖੇ, ਤੇ ਉਸ ਤੋਂ ਬਾਅਦ ਕੁਝ ਕੁ ਦਿਨਾਂ ਦੇ ਵਿੱਚ ਹੀ ਮਾਝੇ, ਮਾਲਵੇ ਤੇ ਦੁਆਬੇ ਦੇ ਵਿੱਚੋਂ 500 ਸੂਰਬੀਰ ਬਹਾਦਰ ਅਕਾਲ ਤਖਤ ਸਾਹਿਬ ਦੇ ਅਸਥਾਨ ਤੇ ਆਣ ਇਕੱਤਰ ਹੋਏ, ਤੇ ਆ ਕੇ ਹੱਥ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਦੀਨ ਦੁਨੀਆ ਦੇ ਵਾਲੀ ਸਤਿਗੁਰੂ ਜੀ, ਸਾਡੇ ਕੋਲ ਅਰਪਣ ਕਰਨ ਵਾਸਤੇ ਕੱਖ ਵੀ ਨਹੀਂ ਸਿਵਾਏ ਆਪਣੇ ਸੀਸ ਤੋਂ। ਅਸੀਂ ਆਪਣਾ ਸੀਸ ਤੁਹਾਡੇ ਚਰਨਾਂ ਤੇ ਭੇਟਾ ਕਰ ਸਕਦੇ ਹਾਂ, ਹੋਰ ਸਾਡੇ ਕੋਲ ਕੁਝ ਨਹੀਂ ਹੈ। ਤੇ ਮਹਾਰਾਜ, ਸਾਨੂੰ ਖਾਣ ਵਾਸਤੇ 2 ਵਕਤ ਦੀ ਰੋਟੀ ਤੇ ਪਾਉਣ ਵਾਸਤੇ ਕੋਈ ਸਾਦੇ ਜਿਹੇ ਬਸਤਰ ਦੇ ਦਿਆ ਕਰਿਓ ਜੇ, ਤੇ ਜਿੱਥੇ ਵੀ ਆਖੋਗੇ ਅਸੀਂ ਆਪਣਾ ਸਿਰ ਭੇਟਾ ਕਰ ਦੇਵਾਂਗੇ। ਤੁਹਾਡੇ ਇੱਕ ਇਸ਼ਾਰੇ ਦੇ ਨਾਲ ਆਪਣੀਆਂ ਜਾਨਾਂ ਕੁਰਬਾਨ ਕਰ ਦਿਆਂਗੇ, ਬਸ ਸਾਨੂੰ ਖਾਣ ਵਾਸਤੇ 2 ਵਕਤ ਦੀ ਰੋਟੀ ਤੇ ਪਹਿਨਣ ਵਾਸਤੇ ਕੋਈ ਸਾਦਾ ਜਿਹਾ ਬਸਤਰ ਦੇ ਦਿਆ ਜੇ, ਹੋਰ ਸਾਡੇ ਕੋਲ ਕੁਝ ਨਹੀਂ ਹੈ। ਜਦੋਂ ਇਹਨਾਂ ਬਚਨ ਆਖਿਆ ਕਿ ਜਿੱਥੇ ਵੀ ਆਖੋਗੇ ਸਿਰ ਭੇਟਾ ਕਰ ਦੇਵਾਂਗੇ, ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰੇਮ ਨਾਲ ਉੱਥੇ ਇੱਕ ਬਚਨ ਉਚਾਰਿਆ ਸੀ, ਕਹਿੰਦੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਗੁਰੂ ਕੇ ਸਿੱਖ। ਇਹ ਬਚਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਰਸਨਾ ਤੋਂ ਉਚਾਰਿਆ। ਜਦੋਂ 500 ਸੂਰਬੀਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਕੱਤਰ ਹੋ ਗਏ, ਤੇ ਮਹਾਰਾਜ ਨੇ ਫਿਰ 100 ਸਿੱਖ ਦਾ 100 ਸੂਰਮੇ ਦਾ ਜਥਾ ਬਣਾ ਦਿੱਤਾ, ਤੇ 100 ਸੂਰਮੇ ਦੇ ਉੱਪਰ ਇੱਕ ਜਥੇਦਾਰ ਵੀ ਬਣਾਇਆ। ਪਹਿਲੇ 5 ਜਥੇਦਾਰ ਨੇ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਪਿਆਰਾ ਜੀ ਤੇ ਭਾਈ ਲੰਗਾਹਾ ਜੀ। ਇਹਨਾਂ 5 ਸਿੱਖਾਂ ਨੂੰ ਗੁਰੂ ਸਾਹਿਬ ਨੇ 5 ਜਥਿਆਂ ਦੇ ਜਥੇਦਾਰ ਥਾਪ ਦਿੱਤਾ, ਤੇ ਅਕਾਲ ਤਖਤ ਦੇ ਉੱਪਰ ਹਰ ਰੋਜ਼ ਦੀਵਾਨ ਲੱਗਣ ਲੱਗ ਪਿਆ। ਪਹਿਲਾਂ ਗੁਰੂ ਘਰ ਦੀ ਮਰਿਆਦਾ ਸੀ ਕਿ ਅੰਮ੍ਰਿਤ ਵੇਲੇ ਨਿਤਨੇਮ, ਆਸਾ ਦੀ ਵਾਰ, ਅਰਦਾਸਾ ਸੋਧ ਕੇ ਦੀਵਾਨ ਸਮਾਪਤ ਹੋ ਜਾਂਦਾ ਸੀ। ਤੇ ਜਿਹੜੀ ਦਰਬਾਰ ਸਾਹਿਬ ਦੇ ਅੰਦਰਲੀ ਮਰਿਆਦਾ ਸੀ, ਇਹ ਮਹਾਰਾਜ ਨੇ ਇਨ ਬਿਨ ਉਵੇਂ ਹੀ ਨਿਭਾਈ। ਆਸਾ ਦੀ ਵਾਰ ਦਾ ਕੀਰਤਨ ਹੋਣਾ, ਤੇ ਗੁਰੂ ਸਾਹਿਬ ਨੇ ਬੜੇ ਸਾਦਾ ਬਸਤਰਾਂ ਵਿੱਚ ਬੈਠ ਕੇ ਸਾਰਾ ਆਸਾ ਦੀ ਵਾਰ ਦਾ ਕੀਰਤਨ ਆਪ ਸਰਵਣ ਕਰਨਾ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦੋਂ 6ਵੇਂ ਪਾਤਸ਼ਾਹ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਸੀ, ਉਦੋਂ ਇੰਨੇ ਸਾਦੇ ਬਸਤਰਾਂ ਵਿੱਚ ਬੈਠਦੇ ਸੀ ਕਿ ਕੋਈ ਪਛਾਣ ਨਹੀਂ ਸੀ ਸਕਦਾ ਕਿ ਇਹਨਾਂ ਵਿੱਚੋਂ ਗੁਰੂ ਕੌਣ ਹੈ ਤੇ ਸਿੱਖ ਕੌਣ ਹੈ। ਸਿੱਖਾਂ ਵਰਗੇ ਆਮ ਸਾਦਾ ਬਸਤਰ ਸਜਾਉਂਦੇ ਸਨ। ਤੇ ਦਰਬਾਰ ਸਾਹਿਬ ਦੇ ਅੰਦਰੋਂ ਦੀਵਾਨ ਦੀ ਸਮਾਪਤੀ ਕਰਕੇ ਫਿਰ ਮਹਾਰਾਜ ਨੇ ਸ਼ਸਤਰ ਬਸਤਰ ਸਜਾ ਕੇ ਸਨੱਧਬੱਧ ਹੋ ਜਾਣਾ, ਤੇ ਅਕਾਲ ਤਖਤ ਸਾਹਿਬ ਦੇ ਅਸਥਾਨ ਤੇ ਆ ਕੇ ਧਰਮ ਯੁੱਧ ਦੀਆਂ ਵਿਚਾਰਾਂ ਕਰਨੀਆਂ, ਧਰਮ ਯੁੱਧ ਕਰਨ ਵਾਸਤੇ ਸੂਰਬੀਰਾਂ ਨੂੰ ਪ੍ਰੇਰਿਤ ਕਰਨਾ। ਸਵੇਰ ਦੇ ਸਮੇਂ ਧਰਮ ਪ੍ਰਚਾਰ ਮਹਾਰਾਜ ਆਪ ਕਰਦੇ ਸੀ,
ਤੇ ਸ਼ਾਮਾਂ ਨੂੰ ਰਹਿਰਾ ਸਾਹਿਬ ਦਾ ਪਾਠ ਹੋਣ ਤੋਂ ਪਹਿਲਾਂ ਨੱਥੇ ਤੇ ਅਬਦੁੱਲੇ ਢਾਡੀ ਦੇ ਕੋਲੋਂ ਯੋਧਿਆਂ ਦੀਆਂ ਵਾਰਾਂ ਸਰਵਣ ਕਰਦੇ ਸਨ। ਇਹ ਨੇਤਾ ਪ੍ਰਤੀ ਤੇ ਦੀਵਾਨ ਦੀ ਮਰਿਆਦਾ ਬਣ ਗਈ ਸੀ। ਹਜੂਰ ਨੇ ਸ਼ਾਮਾਂ ਦੇ ਵਕਤ ਯੋਧਿਆਂ ਦੀਆਂ ਵਾਰਾਂ ਸਰਵਣ ਕਰਨੀਆਂ ਤੇ ਰਹਿਰਾ ਸਾਹਿਬ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਵਿੱਚ ਫੌਜੀਆਂ ਦੀ ਪਰੇਡ ਵੀ ਕਰਵਾਈ ਜਾਂਦੀ ਸੀ। ਜਿਵੇਂ ਅੱਜ ਕੱਲ੍ਹ ਵੀ ਫੌਜ ਦੇ ਵਿੱਚ ਫੌਜੀਆਂ ਨੂੰ ਸਨੱਧਬੱਧ ਰੱਖਣ ਵਾਸਤੇ ਪਰੇਡ ਕਰਵਾਈ ਜਾਂਦੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਕਰਵਾਉਂਦੇ ਰਹੇ ਨੇ, ਜਿਸ ਵਿੱਚ ਘੋੜ ਦੌੜ ਹੁੰਦੀ ਸੀ, ਸ਼ਸਤਰਬਾਜੀ ਹੁੰਦੀ ਸੀ, ਨੇਜੇਬਾਜੀ ਤੇ ਖਾਸ ਕਰਕੇ ਪਲੱਥੇਬਾਜੀ ਦੇ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਖੁਦ ਸਿਖਾਉਂਦੇ ਰਹੇ। ਖੁਦ ਸੱਚੇ ਪਾਤਸ਼ਾਹ ਨੇ ਇਹ ਆਪ ਮਹਾਨ ਧਰਮ ਯੁੱਧ ਦਾ ਕਾਰਜ ਆਰੰਭ ਕੀਤਾ ਤੇ ਦਿੱਲੀ ਦੇ ਤਖਤ ਦੇ ਬਰਾਬਰ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਸਿਰਜ ਦਿੱਤਾ। ਚੈਲੰਜ ਕਰ ਦਿੱਤਾ ਦਿੱਲੀ ਦੇ ਤਖਤ ਨੂੰ। ਇਸ ਤੋਂ ਬਾਅਦ ਵਿੱਚ ਜਿਵੇਂ ਜਿਵੇਂ ਹੁਕਮਰਾਨਾਂ ਨੇ ਗੁਰੂ ਸਾਹਿਬ ਦੀ ਵਿਰੋਧਤਾ ਕੀਤੀ ਤੇ ਸੱਚੇ ਪਾਤਸ਼ਾਹ ਨੇ ਫਿਰ 4 ਜੰਗਾਂ ਹਿੰਦੁਸਤਾਨ ਦੀ ਹਕੂਮਤ ਸ਼ਾਹਜਹਾਨ ਬਾਦਸ਼ਾਹ ਦੇ ਨਾਲ ਕੀਤੀਆਂ। ਉਹ ਬਹੁਤ ਲੰਬੇਰਾ ਇਤਿਹਾਸ ਹੈ। ਅੱਜ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ, ਇਸ ਕਰਕੇ ਸੂਖਮ ਮਾਤਰ ਇਤਿਹਾਸ ਸਾਂਝਾ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ। ਅਕਾਲ ਤਖਤ ਜੋ ਸਿੱਖ ਪੰਥ ਦੀ ਸ਼ਾਨ ਹੈ ਤੇ ਸਿੱਖ ਪੰਥ ਦਾ ਸਭ ਤੋਂ ਵੱਡਾ ਇਹੀ ਤਖਤ ਹੈ ਜਿੱਥੋਂ ਸਾਰੀ ਕੌਮ ਦੇ ਵਿੱਚ ਹੁਕਮ ਜਾਰੀ ਕੀਤੇ ਜਾਂਦੇ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਮਹਾਨ ਤਖਤ ਖਾਲਸੇ ਨੂੰ ਬਖਸ਼ਿਸ਼ ਕੀਤਾ ਹੈ। ਇਸੇ ਹੀ ਤਖਤ ਤੇ ਬੈਠ ਕੇ ਕਿਸੇ ਵਕਤ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੀ ਕੌਮ ਦੀ ਕਮਾਨ ਨੂੰ ਸੰਭਾਲਿਆ। ਨਵਾਬ ਕਪੂਰ ਸਿੰਘ, ਬਾਬਾ ਬਘੇਲ ਸਿੰਘ ਤੇ ਹੋਰ ਅਨੇਕਾਂ ਸੂਰਬੀਰ ਯੋਧੇ ਜਿਨ੍ਹਾਂ ਅਕਾਲ ਤਖਤ ਸਾਹਿਬ ਦੇ ਅਸਥਾਨ ਤੇ ਆਪਣਾ ਆਸਣ ਜਮਾ ਕੇ ਸਾਰੀ ਕੌਮ ਨੂੰ ਲੀਡ ਕੀਤਾ ਤੇ ਅਕਾਲੀ ਬਾਬਾ ਫੂਲਾ ਸਿੰਘ, ਨਿਹੰਗ ਸਿੰਘ ਜਿਨ੍ਹਾਂ ਨੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਾਸਤੇ ਤੇ ਸਿੱਖ ਰਾਜ ਸਥਾਪਿਤ ਹੋਣ ਤੋਂ ਬਾਅਦ ਉਸ ਨੂੰ ਕਾਇਮ ਰੱਖਣ ਵਾਸਤੇ ਅਨੇਕਾਂ ਜੰਗ ਯੁੱਧ ਲੜੇ ਤੇ ਆਪ ਕੁਰਬਾਨੀ ਦਿੱਤੀ। ਉਹ ਅਕਾਲ ਦਾ ਤਖਤ ਹੈ। ਅੱਜ ਦੇ ਦਿਨ 1663 ਬਿਕਰਮੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਨੀਂਹ ਪੱਥਰ ਰੱਖ ਕੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੇ ਪਾਸੋਂ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਸੀ। ਆਓ ਪਾਵਨ ਲੜੀਵਾਰ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਦੂਜਾ। ਆਪੇ ਰਸਿਆ ਆਪ ਰਸ, ਆਪੇ ਰਾਵਣਹਾਰ। ਸ੍ਰੀ ਰਾਗ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ। ਘਰ ਦੂਜਾ ਦੂਸਰੇ ਸੁਰ ਤਾਲ ਵਿੱਚ ਸ਼ਬਦ ਗਾਉਣ ਦੀ ਹਦਾਇਤ ਕਰਦੇ ਨੇ। ਆਪੇ ਰਸਿਆ ਆਪ ਰਸ, ਆਪੇ ਰਾਵਣਹਾਰ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨੇ ਦੇ ਸਮੇਤ ਜੰਗਲ ਦੇ ਵਿੱਚ ਤੁਰੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਪੁਰਖ ਨੂੰ ਮੰਦ ਕਰਮ ਕਰਦਿਆਂ ਹੋਇਆਂ ਦੇਖਿਆ ਤੇ ਭਾਈ ਮਰਦਾਨੇ ਨੇ ਆਖਿਆ, ਮਹਾਰਾਜ ਇਹ ਲੋਕ ਕਿੰਨੇ ਭੈੜੇ ਨੇ, ਕਿੰਨੇ ਮੰਦ ਬੁੱਧੀ ਵਾਲੇ ਨੇ। ਇਹਨਾਂ ਨੂੰ ਅਕਾਲ ਪੁਰਖ ਦੇ ਨਾਮ ਦੀ ਕੋਈ ਸੋਝੀ ਨਹੀਂ। ਇਹਨਾਂ ਨੂੰ ਇਹ ਵੀ ਗਿਆਨ ਨਹੀਂ ਕਿ ਮਾਨਸ ਜਨਮ ਅਮੋਲਕ ਹੀਰਾ ਹੈ ਤੇ ਇਹਦੀ ਕਦਰ ਕਰਨੀ ਹੈ। ਇਹ ਵਾਰ-ਵਾਰ ਮੌਕਾ ਨਹੀਂ ਮਿਲਣਾ, ਇਹ ਰੱਬ ਦੀ ਬੰਦਗੀ ਵਾਸਤੇ ਸਮਾਂ ਮਿਲਿਆ ਹੈ। ਦੇਖੋ ਮਹਾਰਾਜ ਕਿਵੇਂ ਮੰਦ ਕਰਮਾਂ ਦੇ ਵਿੱਚ ਲੱਗ ਕੇ ਆਪਣੇ ਜੀਵਨ ਦਾ ਸਮਾਂ ਵਿਅਰਥ ਗਵਾ ਰਹੇ ਨੇ। ਤੇ ਗੁਰੂ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਤੂੰ ਕਿਸੇ ਦੇ ਕੁਕਰਮਾਂ ਵੱਲ ਵੇਖਦਾ ਹੀ ਕਿਉਂ ਹੈ? ਤੂੰ ਅੱਖਾਂ ਬੰਦ ਕਰਕੇ ਚੁੱਪ ਕਰਕੇ ਅੱਗੇ ਤੁਰ। ਤੂੰ ਕਿਸੇ ਦੇ ਕੁਕਰਮਾਂ ਵੱਲ ਨਾ ਵੇਖ, ਆਪਣੀਆਂ ਅੱਖਾਂ ਬੰਦ ਕਰ ਲੈ।
ਤੇ ਦੂਸਰੇ ਦੇ ਔਗਣ ਨਹੀਂ ਫਰੋਲੀਦੇ, ਸਗੋਂ ਆਪਣੇ ਔਗਣ ਦੂਰ ਕਰੀਦੇ ਨੇ। ਆਪ ਗੁਣ ਧਾਰਨ ਕਰੀਦੇ ਨੇ, ਦੂਜੇ ਦੇ ਔਗਣਾਂ ਵੱਲ ਧਿਆਨ ਨਹੀਂ ਦੇਈਦਾ। ਇਹਨਾਂ ਬਚਨ ਕਹਿ ਕੇ ਮਹਾਰਾਜ ਭਾਈ ਮਰਦਾਨੇ ਨੂੰ ਨਾਲ ਲੈ ਕੇ ਜੰਗਲ ਤੋਂ ਬਾਹਰ ਨਿਕਲ ਆਏ ਤੇ ਬਾਰ-ਬਾਰ ਨਿਕਲ ਕੇ ਨਦੀ ਦੇ ਕੰਢੇ ਤੇ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ ਕਿ ਰਬਾਬ ਛੇੜ, ਬਾਣੀ ਆਈ ਹੈ। ਉੱਥੇ ਫਿਰ ਭਾਈ ਮਰਦਾਨੇ ਦੇ ਮਨ ਦਾ ਸ਼ੰਕਾ ਦੂਰ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਆਪੇ ਰਸੀਆ, ਪਰਮੇਸ਼ਰ ਆਪ ਹੀ ਰਸਾਂ ਦਾ ਗਿਆਤਾ ਹੈ ਤੇ ਆਪ ਹੀ ਰਸ ਸਰੂਪ ਹੈ ਤੇ ਆਪੇ ਰਾਵਣਹਾਰ, ਆਪ ਹੀ ਉਸ ਰਸ ਨੂੰ ਮਾਨਣ ਵਾਲਾ ਹੈ। ਰਸ ਦਾ ਗਿਆਤਾ ਵੀ ਆਪ ਹੈ, ਰਸ ਰੂਪ ਵੀ ਆਪ ਹੈ ਤੇ ਰਸ ਨੂੰ ਮਾਨਣ ਹਾਰਾ ਵੀ ਉਹ ਆਪ ਹੈ। ਆਪੇ ਹੋਇ ਚੋਲੜਾ, ਆਪੇ ਸੀਜ ਪਧਾਰ। ਪਰਮੇਸ਼ਰ ਆਪ ਹੀ ਚੋਲੜਾ ਕਹੀਏ ਇਸਤਰੀ ਦੇ ਰੂਪ ਵਿੱਚ ਹੈ ਤੇ ਆਪੇ ਸੇਜ ਪਤਾਰ, ਆਪ ਹੀ ਸੇਜਾ ਸਰੂਪ ਹੈ ਤੇ ਆਪ ਹੀ ਪਤਾਰ ਕਹੀਏ ਪਤੀ ਹੈ। ਆਪ ਹੀ ਇਸਤਰੀ ਦੀ ਨਿਆਈ ਹੈ ਤੇ ਆਪ ਹੀ ਵਾਹਿਗੁਰੂ ਪਤੀ ਹੈ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੇਰਾ ਸਾਹਿਬ, ਮੇਰਾ ਮਾਲਕ ਸਾਰੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੈ, ਸਭ ਰੰਗਾਂ ਦੇ ਵਿੱਚ ਰੰਗੀਜਿਆ ਹੋਇਆ ਹੈ ਤੇ ਰਵ ਰਹਿਆ ਭਰਪੂਰ। ਰਵ ਰਹਿਆ ਕਹੀਏ ਕਿ ਸਭ ਜੀਵਾਂ ਦੇ ਵਿੱਚ ਮਿਲ ਰਿਹਾ ਹੈ, ਸਾਰਿਆਂ ਦੇ ਅੰਦਰ ਮਿਲਿਆ ਤੇ ਭਰਪੂਰ ਲਬਾਲਬ ਹੈ। ਉਹਦੀ ਜੋਤ ਹਰ ਥਾਂ ਤੇ ਵਿਆਪਕ ਹੈ, ਕਿਸੇ ਵੀ ਥਾਂ ਤੇ ਘੱਟ ਵੱਧ ਨਹੀਂ, ਊਣਾ ਕਹੀ ਨਾ ਹੋਏ, ਘਟੇ ਘਟ ਸਾਰੀ ਹੈ। ਪਰਮੇਸ਼ਰ ਦੀ ਜੋਤ ਸਭ ਥਾਵਾਂ ਤੇ ਬਰਾਬਰ ਹੈ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਨਾ ਹਾਨ ਹੈ ਨਾ ਮਾਨ ਹੈ, ਸਮਾਨ ਰੂਪ ਜਾਨੀਐ, ਮਕੀ ਔ ਮਕਾਂ ਅਪਰਮਾਨ ਤੇਜ ਮਾਨੀਐ। ਪਰਮੇਸ਼ਰ ਦੀ ਜੋਤ ਸਭ ਥਾਵਾਂ ਤੇ ਭਰਪੂਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਹੈ, ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕਿਛ ਕਰੀ ਸੋ ਤੇਰੇ ਹਦੂਰ। ਤੂੰ ਦੇਖ ਹੈ ਹਉ ਮੁਕਰ ਪਾਓ, ਤੇਰੇ ਕੰਮ ਨਾ ਤੇਰੇ ਨਾਏ। ਹੇ ਪ੍ਰਮਾਤਮਾ, ਤੇਰੀ ਜੋਤ ਤਾਂ ਹਰ ਥਾਂ ਤੇ ਵਿਆਪਕ ਹੈ, ਪਰ ਅਸੀਂ ਅਗਿਆਨਤਾ ਵਸ ਹੋ ਕੇ ਤੈਨੂੰ ਦੂਰ ਸਮਝੀ ਬੈਠੇ ਹਾਂ। ਇਹ ਸਾਡੀ ਬੇਸਮਝੀ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਮੇਰਾ ਵਾਹਿਗੁਰੂ ਹਰ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਇਸੇ ਪ੍ਰਕਾਰ ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ। ਗੁਰੂ ਸਾਹਿਬ ਆਪ ਹੀ ਰਸੀਆ ਭਾਵ ਗਿਆਨ ਦੇ ਦਾਤੇ ਨੇ ਤੇ ਆਪ ਹੀ ਗਿਆਨ ਸਰੂਪ ਹਨ ਤੇ ਆਪ ਹੀ ਜੀਵ ਰੂਪ ਹੋ ਕੇ ਗਿਆਨ ਲੈਣ ਵਾਲੇ ਨੇ। ਰਸ ਕਹੀਏ ਗਿਆਨ ਲੈਣ ਵਾਲੇ ਤੇ ਰਾਵਣਹਾਰ ਉਸ ਆਤਮਿਕ ਗਿਆਨ ਨੂੰ ਮਾਨਣ ਵਾਲੇ ਹਨ। ਆਪੇ ਹੋਇ ਚੋਲੜਾ, ਆਪੇ ਸੀਜ ਪਧਾਰ। ਆਪੇ ਚੋਲੜਾ ਭਾਵ ਆਪ ਹੀ ਜੀਵ ਇਸਤਰੀ ਦੀ ਨਿਆਈ ਹਨ ਤੇ ਆਪ ਹੀ ਪਧਾਰ ਪਤੀ ਪਰਮੇਸ਼ਰ ਦੀ ਨਿਆਈ ਹਨ। ਗੁਰੂ ਸਾਹਿਬ ਆਪ ਹੀ ਪਤੀ ਪਰਮੇਸ਼ਰ ਹਨ ਤੇ ਆਪ ਹੀ ਜੀਵ ਰੂਪੀ ਇਸਤਰੀ ਹਨ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਸਤਿਗੁਰੂ ਪਾਤਸ਼ਾਹ ਕਹਿੰਦੇ, ਮੇਰਾ ਮਾਲਕ ਸਾਰੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਹੈ, ਕੋਈ ਵੀ ਰੰਗ ਉਹਦੇ ਤੋਂ ਬਗੈਰ ਨਹੀਂ। ਹਰ ਰੰਗ ਉਹਦੀ ਰਜ਼ਾ ਦੇ ਵਿੱਚ ਹੈ। ਇਸੇ ਕਰਕੇ ਹਜੂਰ ਨੇ ਆਖਿਆ ਸੀ, ਗੁਰਸਿੱਖਾ ਹੁਕਮ ਰਜ਼ਾ ਦੇ ਵਿੱਚ ਚੱਲਣਾ ਸਿੱਖ। ਹੁਕਮ ਰਜ਼ਾ ਹੀ ਪਰਮੇਸ਼ਰ ਦੀ ਸਭ ਤੋਂ ਵੱਡੀ ਦਾਤ ਹੈ। ਇਸ ਕਰਕੇ ਜਿੰਨੇ ਵੀ ਰੰਗ ਚੋਜ ਵਰਤਦੇ ਨੇ, ਸਾਰੇ ਚੋਜਾਂ ਦੇ ਵਿੱਚ ਮੇਰਾ ਵਾਹਿਗੁਰੂ ਆਪ ਵਰਤਦਾ ਹੈ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਕੁਝ ਹੋਰ ਅੱਗੇ ਗਏ ਤੇ ਕੀ ਦੇਖਿਆ ਕਿ ਤਲਾਬ ਦੇ ਵਿੱਚ ਇੱਕ ਝੀਵਰ ਮੱਛੀਆਂ ਪਕੜ ਰਿਹਾ ਹੈ
ਤੇ ਭਾਈ ਮਰਦਾਨੇ ਨੇ ਉਸ ਝੀਵਰ ਵੱਲ ਵੇਖ ਕੇ ਮਨ ਵਿੱਚ ਸ਼ੰਕਾ ਕੀਤਾ ਕਿ ਪਾਪੀ ਹੈ, ਦੁਸ਼ਟ ਹੈ, ਜੀਵ ਹੱਤਿਆ ਕਰਦਾ ਹੈ। ਤੇ ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆਂ, ਪਰਮੇਸ਼ਰ ਆਪ ਹੀ ਮਾਛੀ ਹੈ। ਮਾਛੀ ਕਹੀਏ ਮਛੇਰਾ, ਝੀਵਰ, ਤੇ ਮਛਲੀ ਵੀ ਆਪ ਹੈ। ਆਪੇ ਪਾਣੀ ਜਾਲ, ਪਾਣੀ ਸਰੂਪ, ਤਲਾਬ ਸਰੂਪ ਵੀ ਉਹ ਆਪ ਹੈ। ਤੇ ਤਲਾਬ ਦੇ ਵਿੱਚ ਮਾਛੀ ਨੇ ਜਿਹੜਾ ਜਾਲ ਪਾਇਆ ਹੈ, ਇਹ ਜਾਲ ਵੀ ਪਰਮੇਸ਼ਰ ਆਪ ਹੈ। ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਫਿਰ ਜਾਲ ਦੇ ਉੱਪਰ ਸ਼ਿਕਾਰੀਆਂ ਮਛੇਰਿਆਂ ਨੇ ਇੱਕ ਮਣਕਾ ਲਗਾਇਆ ਹੁੰਦਾ ਹੈ। ਜਦੋਂ ਤੱਕ ਉਹ ਮਣਕਾ ਪਾਣੀ ਵਿੱਚੋਂ ਬਾਹਰ ਦਿਸਦਾ ਰਵੇ, ਉਦੋਂ ਤੱਕ ਸਮਝੋ ਕਿ ਮੱਛੀ ਨੇ ਕੁੰਡੀ ਨੂੰ ਆਪਣੇ ਗਲੇ ਵਿੱਚ ਨਹੀਂ ਫਸਾਇਆ। ਪਰ ਜਦੋਂ ਉਹ ਮਣਕਾ ਪਾਣੀ ਵਿੱਚ ਡੁੱਬ ਜਾਵੇ ਤੇ ਉੱਥੋਂ ਮਛੇਰੇ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਮੱਛੀ ਨੇ ਕੁੰਡੀ ਨੂੰ ਆਪਣੇ ਮੂੰਹ ਵਿੱਚ ਫਸਾ ਲਿਆ ਹੈ ਤੇ ਮੱਛੀ ਦੇ ਵਜਨ ਕਰਕੇ ਮਣਕਾ ਪਾਣੀ ਵਿੱਚ ਡੁੱਬ ਗਿਆ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਜਾਲ ਦੇ ਉੱਪਰ ਨਿਸ਼ਾਨੀ ਵਜੋਂ ਮਛੇਰੇ ਜਿਹੜਾ ਮਣਕਾ ਲਾਉਂਦੇ ਨੇ, ਉਹ ਮਣਕਾ ਵੀ ਪਰਮੇਸ਼ਰ ਆਪ ਹੈ। ਤੇ ਆਪੇ ਅੰਦਰ ਲਾਲ। ਲਾਲ ਦਾ ਅਰਥ ਹੈ ਮਾਸ ਦਾ ਟੁਕੜਾ। ਮਛੇਰਾ ਬੜਾ ਚਲਾਕ ਹੁੰਦਾ ਹੈ। ਉਸ ਨੂੰ ਪਤਾ ਹੈ ਕਿ ਮੱਛੀ ਨੇ ਉਂਝ ਤਾਂ ਮੇਰੇ ਕਾਬੂ ਨਹੀਂ ਆਉਣਾ, ਉਸ ਨੂੰ ਲਾਲਚ ਦੇਣਾ ਪਵੇਗਾ। ਤੇ ਲਾਲਚ ਇੰਨੀ ਭੈੜੀ ਬਲਾ ਹੈ, ਵੱਡਿਆਂ ਵੱਡਿਆਂ ਨੂੰ ਕਾਬੂ ਕਰ ਦਿੰਦਾ ਹੈ। ਵੱਡੇ ਵੱਡੇ ਸਿਰਮੌਰ ਤੇ ਵੱਡੀਆਂ ਵੱਡੀਆਂ ਸ਼ਖਸੀਅਤਾਂ ਵੀ ਲਾਲਚ ਵਸ ਹੋ ਕੇ ਅਧੀਨ ਹੋ ਜਾਂਦੀਆਂ ਨੇ। ਤੋ ਜਦੋਂ ਮਛੇਰਾ ਜਾਲ ਪਾਣੀ ਦੇ ਵਿੱਚ ਪਾਉਂਦਾ ਹੈ ਤੇ ਮਛੇਰਾ ਕੀ ਕਰਦਾ ਹੈ ਕਿ ਕੁੰਡੀ ਦੇ ਨਾਲ ਇੱਕ ਮਾਸ ਦੀ ਬੋਟੀ ਲਾ ਦਿੰਦਾ ਹੈ। ਲਾਲ ਕਹੀਏ ਮਾਸ ਦੀ ਬੋਟੀ। ਤੇ ਮੱਛੀ ਜੀ ਭਿਆਣੀ ਹੋਈ ਆਉਂਦੀ ਹੈ। ਉਹਨੂੰ ਇਹਨਾਂ ਤੇ ਪਤਾ ਨਹੀਂ ਲੱਗਦਾ ਕਿ ਇਸ ਮਾਸ ਦੀ ਬੋਟੀ ਦੇ ਪਿੱਛੇ ਕੁੰਡੀ ਹੈ। ਹੁਣ ਭੁੱਖ ਲੱਗੀ ਹੁੰਦੀ ਹੈ ਤੇ ਸ਼ੁੱਧਾਤਰ ਹੋ ਕੇ, ਭੁੱਖ ਅਧੀਨ ਹੋ ਕੇ ਮੱਛੀ ਦਵਾ ਦਵ ਉਸ ਮਾਸ ਦੇ ਟੁਕੜੇ ਨੂੰ ਆਪਣੇ ਮੂੰਹ ਵਿੱਚ ਪਾਉਂਦੀ ਹੈ। ਪਰ ਮਾਸ ਦਾ ਟੁਕੜਾ ਤੇ ਕੁੰਡੀ ਦੇ ਨਾਲ ਲੱਗਿਆ ਹੁੰਦਾ ਹੈ। ਹੁਣ ਜਿੱਥੇ ਮਾਸ ਦੀ ਬੋਟੀ ਉਹਦੇ ਮੂੰਹ ਵਿੱਚ ਆਉਂਦੀ ਹੈ, ਉੱਥੇ ਲੋਹੇ ਦੀ ਬਣੀ ਹੋਈ ਕੁੰਡੀ ਮੱਛੀ ਦੇ ਸੰਗ ਵਿੱਚ ਫਸ ਜਾਂਦੀ ਹੈ। ਤੇ ਜਦੋਂ ਸੰਗ ਦੇ ਵਿੱਚ, ਮਾਸ ਵਿੱਚ ਲੋਹੇ ਦੀ ਕੁੰਡੀ ਫਸ ਜਾਂਦੀ ਹੈ, ਫਿਰ ਮੱਛੀ ਲੋਹੇ ਦੀ ਕੁੰਡੀ ਤੋਂ ਛੁੱਟ ਨਹੀਂ ਸਕਦੀ। ਇਵੇਂ ਕਾਬੂ ਆਉਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ, ਜੋ ਲਾਲ ਭਾਵ ਮਾਸ ਦੀ ਬੋਟੀ ਹੈ, ਉਹ ਵੀ ਪਰਮੇਸ਼ਰ ਆਪ ਹੈ। ਤੇ ਜੋ ਜਾਲ ਦੇ ਉੱਪਰ ਮਣਕਾ ਲਗਾਇਆ ਹੋਇਆ ਹੈ, ਜਿਸ ਮਣਕੇ ਦੇ ਨਾਲ ਪਤਾ ਲੱਗਦਾ ਹੈ ਕਿ ਮੱਛੀ ਕੁੰਡੀ ਵਿੱਚ ਫਸ ਗਈ ਕਿ ਨਹੀਂ ਫਸੀ, ਉਹ ਮਣਕਾ ਰੂਪ ਵੀ ਪਰਮੇਸ਼ਰ ਆਪ ਹੈ। ਆਪੇ ਬਹੁਵਿਧ ਰੰਗਲਾ, ਸਖੀਏ ਮੇਰਾ ਲਾਲ। ਹੇ ਸਖੀਏ ਭਾਵ ਸੁਹਾਗਵੰਤੀ ਇਸਤਰੀਏ, ਮੇਰਾ ਲਾਲ, ਮੇਰਾ ਪਿਆਰਾ ਪਰਮੇਸ਼ਰ ਵਾਹਿਗੁਰੂ ਬਹੁਵਿਧ ਰੰਗਲਾ। ਬਹੁਵਿਧ ਭਾਵ ਬਹੁਤ ਤਰ੍ਹਾਂ ਕਰਕੇ, ਰੰਗਲਾ ਆਨੰਦ ਦੇ ਸਹਿਤ ਹੋ ਰਿਹਾ ਹੈ। ਸਦਾ ਹੀ ਉਹ ਆਨੰਦ ਦੀ ਅਵਸਥਾ ਵਿੱਚ ਹੈ। ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਪ੍ਰਮਾਤਮਾ, ਸੁਹਾਗਵੰਤੀਆਂ ਜੀਵ ਇਸਤਰੀਆਂ ਨਿਤਾ ਪ੍ਰਤੀ ਤੇਰੇ ਆਨੰਦ ਨੂੰ ਮਾਣਦੀਆਂ ਨੇ। ਰਵੈ ਦਾ ਅਰਥ ਹੈ ਮਾਨਣਾ। ਸੁਹਾਗਵੰਤੀਆਂ ਨੇ ਨਿਤਾ ਪ੍ਰਤੀ ਤੇਰੇ ਰਸ ਨੂੰ ਮਾਣਿਆ ਹੈ। ਦੇਖ ਹਮਾਰਾ ਹਾਲ, ਪਰ ਤੂੰ ਕਦੇ ਸਾਡਾ ਹਾਲ ਵੀ ਵੇਖ। ਸਾਡੇ ਤੋਂ ਕਦੇ ਨੇੜੇ ਵੀ ਨਹੀਂ ਆਉਂਦਾ। ਬਾਕੀ ਜਿਹੜੀਆਂ ਜੀਵ ਇਸਤਰੀਆਂ ਨੇ, ਉਹਨਾਂ ਨੇ ਤੇਰੇ ਨਾਮ ਰਸ ਨੂੰ ਮਾਣਿਆ ਹੈ। ਤੇ ਜਿਨ੍ਹਾਂ ਮਹਾਂਪੁਰਖਾਂ ਨੇ ਤੇਰੇ ਨਾਮ ਆਨੰਦ ਨੂੰ ਮਾਣਿਆ ਹੈ, ਉਹਨਾਂ ਵੱਲ ਵੇਖ ਕੇ ਮੇਰੇ ਮਨ ਵਿੱਚ ਵੀ ਤੇ ਚਾਅ ਪੈਦਾ ਹੁੰਦਾ ਹੈ। ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਜਿਨੀ ਮੈਂਡਾ ਲਾਲ ਰਿਜਾਇਆ, ਹਉ ਤਿਸ ਆਗੈ ਮਨ ਢੇਹੀਆਂ।
ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਮੈਂਡਾ ਲਾਲ ਭਾਵ ਮੇਰੇ ਪਿਆਰੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ ਹੈ, ਮੈਂ ਉਹਨਾਂ ਦੇ ਚਰਨਾਂ ਵਿੱਚ ਆਪਣਾ ਤਨ ਮਨ ਭੇਟਾ ਕਰਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਮੈਨੂੰ ਵੀ ਤਰੀਕਾ ਦੱਸੋ, ਤੁਸੀਂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕੀਤੀ ਹੈ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਸੁਹਾਗਵੰਤੀਆਂ ਜੀਵ ਇਸਤਰੀਆਂ ਨੂੰ ਜਾ ਕੇ ਪੁੱਛਦੇ ਹਾਂ ਕਿ ਤੁਸੀਂ ਕਿਹੜੇ ਗੁਣਾਂ ਨਾਲ ਰੱਬ ਨੂੰ ਪਾਇਆ ਹੈ, ਤੇ ਉਹਨਾਂ ਮਹਾਂਪੁਰਖਾਂ ਨੇ, ਜੀਵ ਇਸਤਰੀਆਂ ਨੇ ਜਵਾਬ ਦਿੱਤਾ ਕਿ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ। ਸਭ ਤੋਂ ਪਹਿਲਾਂ ਅਸੀਂ ਆਪਣੇ ਜੀਵਨ ਦਾ ਕਾਲਾਪਣ ਖਤਮ ਕੀਤਾ, ਸਹਿਜ ਅਵਸਥਾ ਦੀ ਪ੍ਰਾਪਤੀ ਕਰ ਲਈ ਤੇ ਸੰਤੋਖ ਕਹੀਏ ਸਬਰ ਰੱਖਿਆ, ਸੰਤੋਖ ਦੀ ਦਾਤ ਪ੍ਰਾਪਤ ਕੀਤੀ। ਤੇ ਜਦੋਂ ਸਬਰ, ਸੰਤੋਖ ਤੇ ਸਹਿਜ ਆਦਿਕ ਗੁਣਾਂ ਨੂੰ ਧਾਰਨ ਕੀਤਾ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ, ਫਿਰ ਜ਼ਬਾਨ ਤੋਂ ਬੜੇ ਮਿੱਠੇ ਬਚਨ ਜੋ ਪਰਮਾਤਮਾ ਦੀ ਭਗਤੀ ਰੂਪੀ ਮਿੱਠੇ ਬਚਨ ਹਨ ਉਹ ਬੋਲੇ। ਤੇ ਪਿਰਰੀ ਸਾਲੂ ਤਉ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਰਸਾਂ ਦਾ ਦਾਤਾ ਮੇਰਾ ਵਾਹਿਗੁਰੂ ਤਾਂ ਪ੍ਰਾਪਤ ਹੁੰਦਾ ਹੈ ਜੇ ਗੁਰੂ ਦਾ ਉਪਦੇਸ਼ ਸਰਵਣ ਕਰੀਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ, ਹੇ ਪ੍ਰਮਾਤਮਾ, ਤੂੰ ਸੁਹਾਗਣਾ ਨੂੰ ਮਿਲਦਾ ਹੈ, ਸੁਹਾਗਣਾ ਦਾ ਜੀਵਨ ਸਫਲ ਹੈ, ਕਿਉਂਕਿ ਸੁਹਾਗਵੰਤੀਆਂ ਤੇਰੇ ਨਾਮ ਰਸ ਨੂੰ ਮਾਣਦੀਆਂ ਨੇ। ਦੇਖ ਹਮਾਰਾ ਹਾਲ, ਪਰ ਸਾਡਾ ਵਰਤਮਾਨ ਸਮਾਂ ਵੀ ਵੇਖ, ਅਸੀਂ ਬੜੇ ਵਿਆਕੁਲ ਹਾਂ, ਬੜੇ ਵਿਲਕਦੇ ਹਾਂ ਤੇਰੇ ਦਰਸ਼ਨਾਂ ਵਾਸਤੇ। ਜਿਵੇਂ ਗੁਰਬਾਣੀ ਦਾ ਬਚਨ ਹੈ ਕਿ ਨੀਂਦ ਭੂਖ ਸਭ ਪਰਹਰ ਤਿਆਗੀ, ਸੁਨਨੇ ਸੁਨ ਸਮਾਵੈ। ਨਹਿ ਨੀਂਦ ਆਵੈ ਪ੍ਰੇਮ ਹਾਵੈ, ਸੁਣ ਬੇਨੰਤੀ ਮੇਰੀਆ। ਮਹਾਰਾਜ, ਹੀ ਪ੍ਰਮਾਤਮਾ, ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਭਾਵ ਕਿ ਬੜੀ ਬਿਹਬਲਤਾ ਹੈ, ਬੜੀ ਵਿਆਕੁਲਤਾ ਹੈ। ਨਾ ਕੁਝ ਖਾਣ ਨੂੰ ਚੰਗਾ ਲੱਗਦਾ ਹੈ, ਨਾ ਪਹਿਨਣ ਨੂੰ ਚੰਗਾ ਲੱਗਦਾ ਹੈ, ਤੇ ਨਾ ਹੀ ਇਹਨਾਂ ਨੇਤਰਾਂ ਨੂੰ ਨੀਂਦ ਆਉਂਦੀ ਹੈ। ਇਸ ਵਾਸਤੇ ਹੇ ਪ੍ਰਮਾਤਮਾ, ਤੂੰ ਸਾਡੇ ਹਾਲ ਨੂੰ ਵੇਖ, ਅਸੀਂ ਕਿਹੜੇ ਹਾਲਾਤ ਦੇ ਵਿੱਚ ਜੀ ਰਹੇ ਹਾਂ। ਕਿਰਪਾ ਕਰਕੇ ਸਾਡਾ ਹਾਲ ਵੇਖ ਤੇ ਹਿਰਦੇ ਰੂਪੀ ਸੇਜਾ ਦੇ ਉੱਪਰ ਆ ਕੇ ਆਪਣਾ ਵਾਸ ਕਰ। ਪਹਿਲੇ ਸਰੂਪ ਵਿੱਚ ਗੁਰੂ ਸਾਹਿਬ ਨੇ ਸੂਖਮ ਮਾਤਰ ਪ੍ਰਮਾਤਮਾ ਨੂੰ ਆਪਣਾ ਹਾਲ ਇਸ ਪੰਕਤੀ ਵਿੱਚ ਦੱਸਿਆ ਹੈ ਕਿ ਦੇਖ ਹਮਾਰਾ ਹਾਲ। ਤੇ 10ਵੇਂ ਸਰੂਪ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਪ੍ਰਮਾਤਮਾ ਨੂੰ ਆਪਣਾ ਹਾਲ ਦੱਸਿਆ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਜਦੋਂ ਸਾਹਿਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ ਤੇ ਇਧਰੋਂ ਸਾਹਿਬਜ਼ਾਦਿਆਂ ਦੀਆਂ ਰੂਹਾਂ, ਆਤਮਾਵਾਂ ਗੁਰੂ ਸਾਹਿਬ ਨੂੰ ਫਤਿਹ ਬੁਲਾਉਣ ਵਾਸਤੇ ਪਹੁੰਚ ਗਈਆਂ। ਜਦੋਂ ਫਤਿਹ ਦੀ ਸਾਂਝ ਪਾਈ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਅਸੀਂ ਹੁਣ ਪਰਲੋਕ ਗਮਨ ਕਰ ਰਹੇ ਹਾਂ, ਅਸੀਂ ਹੁਣ ਸੱਚਖੰਡ ਪਿਆਨਾ ਕਰ ਰਹੇ ਹਾਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਹਿਬਜ਼ਾਦਿਆਂ ਨੂੰ ਮੁਖਾਤਿਬ ਹੋ ਕੇ ਇਹ ਸ਼ਬਦ ਉਚਾਰਨ ਕੀਤਾ ਸੀ ਮਾਛੀਵਾੜੇ ਦੇ ਜੰਗਲ ਵਿੱਚ ਕਿ ਤੁਸੀਂ ਚੱਲੇ ਹੋ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਜਾ ਕੇ ਸਾਡਾ ਹਾਲ ਵੀ ਜ਼ਰੂਰ ਦੱਸਣਾ। ਪਿਆਰੇ ਮਿੱਤਰ ਪਰਮੇਸ਼ਰ ਨੂੰ ਸਾਡਾ ਹਾਲ ਵੀ ਜ਼ਰੂਰ ਦੱਸਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੁਰੀਦ ਭਾਵ ਚੇਲਾ, ਸੇਵਕ। ਉਹਦੇ ਸੇਵਕਾਂ ਦੇ ਹਾਲਾਤ ਉਸ ਪਰਮੇਸ਼ਰ ਨੂੰ ਜਾ ਕੇ ਜ਼ਰੂਰ ਦੱਸਣੇ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। हे ਪ੍ਰਮਾਤਮਾ, ਤੇਰੀ ਯਾਦ ਤੋਂ ਬਗੈਰ ਸੋਹਣੀਆਂ ਸੁੰਦਰ ਰਜਾਈਆਂ ਤੇ ਸੋਹਣੇ ਸੁੰਦਰ ਬਿਸਤਰਿਆਂ ਦਾ ਸੌਣਾ ਸਾਡੇ ਵਾਸਤੇ ਬੜਾ ਭਾਰਾ ਰੋਗ ਹੈ। ਤੁਧ ਬਿਨ ਰੋਗ ਰਜਾਈਆਂ ਦਾ ਓਢਣ ਤੇ ਨਾਗ ਨਿਵਾਸਾਂ ਦੇ ਰਹਿਣਾ।
ਸੋਹਣੇ ਨਿਵਾਸ ਅਸਥਾਨਾਂ ਤੇ ਆਪਣਾ ਵਸੇਬਾ ਕਰਨਾ ਮਾਨੋ ਕਿ ਜਿਵੇਂ ਨਾਗਾਂ ਦੀਆਂ ਖੁੱਡਾਂ ਵਿੱਚ ਰਹਿਣਾ ਪਵੇ। ਸਾਨੂੰ ਇਸ ਸਮਾਨ ਪ੍ਰਤੀਤ ਹੁੰਦਾ ਹੈ। ਦੁੱਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸੁਰਾਹੀ ਭਾਵ ਜਿਸ ਵਿੱਚ ਪਾ ਕੇ ਸ਼ਰਾਬ ਪੀਤੀ ਜਾਂਦੀ ਹੈ। ਤੇ ਪੁਰਾਣੇ ਸਮੇਂ ਦੇ ਵਿੱਚ ਮੁਗਲਾਂ ਦੇ ਰਾਜ ਸਮੇਂ ਸੁਰਾਹੀ ਦੇ ਵਿੱਚ ਹੀ ਸ਼ਰਾਬ ਪੀਤੀ ਜਾਂਦੀ ਸੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਸ਼ਰਾਬ ਪੀਣੀ ਹੈ ਇਹ ਤ੍ਰਿਸ਼ੂਲ ਦੇ ਬਰਾਬਰ ਹੈ। ਸੂਲ ਸੁਰਾਹੀ ਖੰਜਰ ਪਿਆਲਾ, ਜਿਵੇਂ ਤ੍ਰਿਸ਼ੂਲ ਦਾ ਦਰਦ ਹੁੰਦਾ ਹੈ ਇਵੇਂ ਸ਼ਰਾਬੀ ਆਦਮੀ ਬੜਾ ਦੁਖੀ ਹੁੰਦਾ ਹੈ, ਬੜੇ ਕਸ਼ਟ ਚੱਲਦਾ ਹੈ। ਤੇ ਖੰਜਰ ਪਿਆਲਾ, ਜੋ ਪਿਆਲੇ ਪੀਣੇ ਨੇ ਭਰ ਭਰ ਕੇ, ਇਹ ਮੰਨੋ ਕਿ ਖੰਜਰ ਵੱਜਣ ਜਿੰਨਾ ਦੁੱਖ ਹੈ। ਬਿੰਗ ਕਸਾਈਆਂ ਦਾ ਸਹਿਣਾ, ਜਦੋਂ ਕਸਾਈ ਸ਼ਾਮਾਂ ਨੂੰ ਸਾਰਾ ਮਾਸ ਵੇਚ ਲੈਂਦਾ ਹੈ ਤੇ ਘਰ ਜਾਣ ਦੀ ਤਿਆਰੀ ਕਰਦਾ ਹੈ, ਉਦੋਂ ਜੇ ਕਿਤੇ ਕੋਈ ਗਾਹਕ ਉਹਦੇ ਕੋਲ ਆ ਜਾਵੇ ਕਿ ਮੈਨੂੰ ਪਾ ਜਾਂ ਅੱਧ ਪਾ ਮਾਸ ਦੇ ਦੇ, ਤੇ ਫਿਰ ਉਹ ਸੋਚਦਾ ਕਿ ਜੇ ਮੈਂ ਬੱਕਰੇ ਨੂੰ ਹੁਣੇ ਖਤਮ ਕਰ ਦਿੱਤਾ, ਹਲਾਲ ਕਰ ਦਿੱਤਾ, ਤੇ ਸਵੇਰ ਤੱਕ ਤੇ ਇਹਦਾ ਮਾਸ ਬਹਿਆ ਹੋ ਜਾਵੇਗਾ। ਤਾਂ ਕਰਕੇ ਉਹ ਕੀ ਕਰਦਾ ਹੈ ਕਿ ਬੱਕਰੇ ਦੇ ਮਾਸ ਦੀ ਇੱਕ ਬੋਟੀ ਤੋੜ ਲੈਂਦਾ ਹੈ, ਬੋਟੀ ਕੱਟ ਲੈਂਦਾ ਹੈ। ਤੇ ਕੱਟਣ ਤੋਂ ਬਾਅਦ ਹੁਣ ਕਿਉਂਕਿ ਜੇ ਉਹ ਕੱਟਿਆ ਹੀ ਰਹੇਗਾ ਥਾਂ ਤੇ ਫਿਰ ਤਾਂ ਸਾਰੀ ਰਾਤ ਖੂਨ ਵਗ ਵਗ ਕੇ ਤੇ ਬੱਕਰਾ ਖਤਮ ਹੋ ਜਾਏਗਾ। ਤੇ ਉਹ ਇਹ ਸੋਚਦਾ ਹੈ ਕਿ ਮਾਸ ਵੀ ਬਹਿਆ ਨਾ ਹੋਵੇ, ਮਾਸ ਦੀ ਇੱਕ ਬੋਟੀ ਨੂੰ ਕੱਟ ਲੈਂਦਾ ਹੈ ਤੇ ਬਾਅਦ ਵਿੱਚ ਉਸ ਥਾਂ ਦੇ ਉੱਪਰ ਬਿੰਗ ਲਾ ਦਿੰਦਾ ਹੈ। ਬਿੰਗ ਨਾਮ ਹੈ ਚੁੰਡੀ ਦਾ, ਕਿ ਉਹਦੇ ਮਾਸ ਨੂੰ ਜੋੜ ਕੇ ਉੱਪਰ ਚੁੰਡੀ ਲਾ ਦਿੰਦਾ ਹੈ। ਤੇ ਉਸ ਚੁੰਡੀ ਦਾ ਸਾਰੀ ਰਾਤ ਬੱਕਰੇ ਨੂੰ ਬੜਾ ਦਰਦ ਹੁੰਦਾ ਹੈ, ਬੜਾ ਕਸ਼ਟ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਹੇ ਪ੍ਰਮਾਤਮਾ, ਤੇਰੇ ਤੋਂ ਵਿਛੜ ਜਾਣਾ ਇੰਨਾ ਦਰਦਨਾਕ ਹੈ, ਇੰਨਾ ਭਿਅੰਕਰ ਹੈ ਕਿ ਮਾਨੋ ਜਿਵੇਂ ਕਸਾਈਆਂ ਦਾ ਬਿੰਗ ਆਪਦੇ ਸਰੀਰ ਤੇ ਝੱਲਣਾ ਪਵੇ। ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਪਿਆਰੇ ਯਾਰ ਪਰਮੇਸ਼ਰ ਦੀ ਯਾਦ ਦੇ ਵਿੱਚ ਸੱਥਰ ਕਹੀਏ ਜ਼ਮੀਨ ਦੇ ਉੱਪਰ ਭੋਂ ਆਸਣ ਲਾਉਣਾ ਤੇ ਕੋਈ ਤੱਪੜ ਵਿਛਾ ਕੇ ਸੌਂ ਜਾਣਾ, ਇਹ ਵੀ ਸਾਨੂੰ ਚੰਗਾ ਹੈ। ਤੇ ਭੱਠ ਖੇੜਿਆਂ ਦਾ ਰਹਿਣਾ, ਨਗਰ ਖੇੜਿਆਂ ਦਾ ਵਾਸ ਜੇ ਤੇਰੇ ਤੋਂ ਵਿਛੜ ਕੇ ਹੈ, ਭਾਵ ਕਿ ਸੋਹਣੇ ਨਗਰਾਂ ਦਾ, ਸੋਹਣੇ ਘਰਾਂ ਦਾ, ਸੋਹਣੇ ਮਕਾਨਾਂ ਦਾ ਵਸੇਬਾ ਜੇ ਤੇਰੇ ਤੋਂ ਵਿਛੋੜਦਾ ਹੈ, ਤੇ ਸਾਹਿਬ ਕਹਿੰਦੇ ਨੇ ਇਹ ਨਗਰ ਖੇੜਿਆਂ ਦਾ ਵਾਸ ਸਾਡੇ ਵਾਸਤੇ ਤਪਦਾ ਹੋਇਆ ਭੱਠ ਹੈ, ਭੱਠ ਖੇੜਿਆਂ ਦਾ ਰਹਿਣਾ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਹਾਲ ਪਰਮੇਸ਼ਰ ਨੂੰ ਦੱਸਿਆ ਸੀ। ਇਸ ਸ਼ਬਦ ਦੀਆਂ ਦੋ ਉਥਾਨਕਾਂ ਨੇ ਕਿ ਜਦੋਂ ਸਾਹਿਬਜ਼ਾਦੇ ਫਤਿਹ ਸਾਂਝੀ ਕਰਨ ਵਾਸਤੇ ਮਹਾਰਾਜ ਕੋਲ ਆਏ, ਉਦੋਂ ਗੁਰੂ ਸਾਹਿਬ ਨੇ ਸਾਹਿਬਜ਼ਾਦਿਆਂ ਨੂੰ ਕਿਹਾ, ਤੇ ਜਦੋਂ ਪਿਆਰੇ ਭਾਈ ਦਇਆ ਸਿੰਘ ਜੀ ਨੇ ਸੱਚਖੰਡ ਪਿਆਨਾ ਕੀਤਾ ਹੈ, ਉਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਇਹ ਸ਼ਬਦ ਉਚਾਰਨ ਕਰਕੇ ਆਖਿਆ ਸੀ ਕਿ ਪਿਆਰੇ ਮਿੱਤਰ ਪਰਮੇਸ਼ਰ ਵਾਹਿਗੁਰੂ ਨੂੰ ਸਾਡਾ ਮੁਰੀਦਾਂ ਦਾ ਹਾਲ ਜਾ ਕੇ ਜ਼ਰੂਰ ਦੱਸਣਾ। ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ, ਹੇ ਪਰਮੇਸ਼ਰ ਤੂੰ ਸਾਡਾ ਨਿਮਾਣਿਆਂ ਦਾ, ਨਿਤਾਣਿਆਂ ਦਾ ਹਾਲ ਵੇਖ ਤੇ ਸਾਡੇ ਹਿਰਦੇ ਰੂਪੀ ਸੇਜਾ ਤੇ ਆ ਕੇ ਰਮਣਾ ਕਰ। ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੇਨਤੀ ਪੂਰਵਕ ਸ਼ਬਦ ਉਚਾਰਦੇ ਨੇ, ਹੇ ਪ੍ਰਮਾਤਮਾ ਤੂੰ ਆਪ ਹੀ ਮਾਨ ਸਰੋਵਰ ਹੈ, ਤੂੰ ਆਪ ਹੀ ਮਾਨ ਸਰੋਵਰ ਦੇ ਕੰਢੇ ਤੇ ਬੈਠਾ ਹੰਸ ਹੈ। ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਗਸ। ਕਮਲ ਫੁੱਲ ਵੀ ਤੂੰ ਆਪ ਹੈ, ਤੇ ਕਮੀਆਂ ਜਿਹੜੀਆਂ ਰਾਤ ਨੂੰ ਚੰਦਰਮਾ ਦੇ ਚੜ੍ਹਨ ਤੇ ਖਿੜਦੀਆਂ ਨੇ, ਉਹ ਕਮੀਆਂ ਰੂਪ ਵੀ ਤੂੰ ਆਪ ਹੈ।
ਕਿਉਂਕਿ ਕਮਲ ਫੁੱਲ ਸੂਰਜ ਦੇ ਚੜ੍ਹਨ ਨਾਲ ਖਿੜਦਾ ਹੈ ਤੇ ਕਮੀਆਂ ਚੰਦਰਮਾ ਦੇ ਚੜ੍ਹਨ ਨਾਲ ਖਿੜਦੀਆਂ ਨੇ। हे ਪ੍ਰਮਾਤਮਾ, ਤੂੰ ਕਮਲ ਸਰੂਪ ਵੀ ਆਪ ਹੈ, ਕਮੀ ਸਰੂਪ ਵੀ ਆਪ ਹੈ, ਤੇ ਇਹਨਾਂ ਫੁੱਲਾਂ ਦੀ ਚਹਿਲ ਪਹਿਲ ਨੂੰ ਵੇਖ ਕੇ, ਇਹਨਾਂ ਫੁੱਲਾਂ ਨੂੰ ਖਿੜੇ ਹੋਇਆਂ ਨੂੰ ਵੇਖ ਕੇ ਜੋ ਜੀਵ ਖੁਸ਼ ਹੁੰਦੇ ਨੇ, ਉਹ ਜੀਵ ਸਰੂਪ ਵੀ ਤੂੰ ਆਪ ਹੈ। ਆਪੇ ਵੇਖ ਵਿਗਸ, ਵੇਖ ਕੇ ਖਿੜਨ ਵਾਲਾ ਭਾਵ ਖੁਸ਼ ਹੋਣ ਵਾਲਾ ਵੀ ਤੂੰ ਆਪ ਹੈ। ਭਾਵ ਕਿ हे ਪ੍ਰਮਾਤਮਾ, ਤੇਰੀ ਜੋਤ ਕਣ ਕਣ ਵਿੱਚ ਵਿਆਪਕ ਹੈ। ਕੋਈ ਵੀ ਐਸੀ ਥਾਂ ਨਹੀਂ ਜਿੱਥੇ ਤੇਰੀ ਜੋਤ ਨਾ ਹੋਵੇ ਜਾਂ ਜਿੱਥੇ ਤੇਰੀ ਜੋਤ ਘੱਟ ਵੱਧ ਹੋਵੇ। ਸਭ ਥਾਵਾਂ ਤੇ ਬਰਾਬਰ ਹੈ। ਹਰ ਇੱਕ ਥਾਂ ਤੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ, ਇੱਕ ਜ਼ਰਰੇ ਤੋਂ ਲੈ ਕੇ ਸੁਮੇਰ ਪਰਬਤ ਤੱਕ, ਤੇ ਕੀੜੀ ਤੋਂ ਲੈ ਕੇ ਹਾਥੀ ਤੱਕ, ਜਿੰਨੇ ਵੀ ਜੀਵ ਨੇ, ਸਾਰਿਆਂ ਵਿੱਚ ਤੇਰੀ ਸਮਾਨ ਜੋਤ ਹੈ। हे ਪ੍ਰਮਾਤਮਾ, ਕਿਰਪਾ ਕਰ, ਆਪਣੀ ਕਿਰਪਾ ਦ੍ਰਿਸ਼ਟੀ ਦੀ ਦਾਤ ਦੁਆਰਾ ਆਪਣੇ ਦਰਸ਼ਨ ਬਖਸ਼। ਕਣ ਕਣ ਵਿੱਚ ਤੇਰਾ ਵਾਸ ਸਾਨੂੰ ਨਜ਼ਰ ਆ ਜਾਵੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਇੱਥੋਂ ਤੱਕ ਪਾਵਨ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਜਿਸ ਕਰਕੇ ਲੋਕ ਪਰਲੋਕ ਸਫਲ ਹੋ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸੁਮਤ ਬਖਸ਼ਣੀ। ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ। ਕਾਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।